ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਜੋਬਸ ਐਂਡ ਫੰਕਸ਼ਨਸ ਆਫ ਆਫਿਸ ਮੈਨੇਜਰ ਕਰ ਰਹੇ ਸੀ। ਆਪਾਂ 15 ਫੰਕਸ਼ਨਸ ਕਰ ਲਏ ਸੀ, ਜੋਬ ਐਂਡ ਫੰਕਸ਼ਨਸ। ਹੁਣ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਨਾ ਕਿ ਲਿੰਗਵੈਲ ਨੇ ਵੀ ਅਤੇ ਲਿੰਫਿੰਗਵੈਲ ਨੇ ਵੀ ਅਤੇ ਰੋਬਿਨਸਨ ਨੇ ਵੀ ਦਿੱਤੇ ਨੇ। ਹੁਣ ਇਹਦੇ ਵਿੱਚੋਂ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿਹੜੇ ਕਰਨਾ ਚਾਹੁੰਦੇ, ਜੋ ਕਿ ਓਬਵੀਅਸਲੀ ਤੁਹਾਨੂੰ ਇਹ ਨਹੀਂ ਆਉਣਾ, ਅਲੱਗ ਅਲੱਗ ਨਹੀਂ ਆਊਗਾ, ਇਕੱਠਾ ਹੀ ਆਊਗਾ ਕਿ ਵਾਟ ਆਰ ਦ ਜੋਬਸ ਐਂਡ ਫੰਕਸ਼ਨਸ ਆਫ ਆਫਿਸ ਮੈਨੇਜਰ। ਤੁਸੀਂ ਉਹ ਵੀ ਲਿਖ ਸਕਦੇ ਜੋ, ਇਹ ਵੀ ਲਿਖ ਸਕਦੇ ਜੋ, ਠੀਕ ਹੈ ਜੀ। He is to determine how the work in an office is to be performed and seeing that it is performed that way। ਕਹਿੰਦੇ ਇੱਕ ਆਫਿਸ ਮੈਨੇਜਰ ਜਿਹੜਾ ਮੈਨੇਜਰ ਉਹਦਾ ਕੰਮ ਇਹ ਹੈ ਕਿ ਉਹਨੇ ਇਹ ਵੇਖਣਾ ਕਿ ਜਿਹੜਾ ਆਫਿਸ ਦੇ ਵਿੱਚ ਸਾਰਾ ਕੰਮ ਸਹੀ ਹੋ ਰਿਹਾ ਅਤੇ ਕਿੱਦਾਂ ਹੋ ਰਿਹਾ, ਠੀਕ ਹੈ। ਹੀ ਮੇਕਸ ਹਿਮਸੈਲਫ ਫੈਮੀਲੀਅਰ ਵਿਦ ਆਲ ਟਾਈਪਸ ਆਫ ਕਲੈਰੀਕਲ ਵਰਕ ਇਨ ਐਨ ਆਰਗੇਨਾਈਜੇਸ਼ਨ। ਕਹਿੰਦੇ ਕਿ ਆਫਿਸ ਮੈਨੇਜਰ ਦਾ ਦੂਜਾ ਕੰਮ ਇਹ ਹੈ ਕਿ ਉਹਨੇ ਹਰ ਇੱਕ ਚੀਜ਼ ਵੇਖਣੀ ਆ ਆਰਗੇਨਾਈਜੇਸ਼ਨ ਦੇ ਵਿੱਚ ਕਿ ਜਿਹੜਾ ਕਲੈਰੀਕਲ ਵਰਕ ਦਾ ਕੰਮ ਆ, ਕਲੈਰੀਕਲ ਵਰਕ ਦਾ ਮਤਲਬ ਕਿ ਜਿੱਦਾਂ ਫੀਸਾਂ ਵਾ, ਜਿੱਦਾਂ ਫੋਰ ਐਗਜ਼ਾਮਪਲ ਵੇਜਿਸ ਪੇ ਕਰ ਦਿੱਤੀਆਂ ਵਾ ਵਰਕਰਸ ਨੂੰ ਜਾਂ ਨਹੀਂ ਪੇ ਕੀਤੀਆਂ, ਸੈਲਰੀਜ਼ ਪੇ ਕਰ ਦਿੱਤੀਆਂ ਜਾਂ ਨਹੀਂ, ਉਹ ਸਾਰਾ ਕਲੈਰੀਕਲ ਵਰਕ ਵੀ ਕਿੰਨੇ ਵੇਖਣਾ ਵਾ, ਆਫਿਸ ਮੈਨੇਜਰ ਨੇ। ਬਟ ਕਰਵਾਉਣਾ ਲੋਕਾਂ ਕੋ ਦੂਜੇ ਵਰਕਰਸ ਦੇ ਕੋਲੋਂ ਆ, ਬਟ ਦੇਖਣਾ ਉਹਨੇ ਇਹ ਹੈ ਕਿ ਸਾਰਾ ਕੁਛ ਚੱਲ ਸਹੀ ਰਿਹਾ ਆਫਿਸ ਦੇ ਵਿੱਚ। ਹੀ ਕੋਆਰਡੀਨੇਟਸ ਆਫਿਸ ਵਰਕ ਇਨ ਆਲ ਡਿਪਾਰਟਮੈਂਟ। ਕੋਆਰਡੀਨੇਟਸ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਰ ਇੱਕ ਡਿਪਾਰਟਮੈਂਟ ਦੇ ਨਾਲ ਉਹਨੇ ਕੋਆਰਡੀਨੇਸ਼ਨ ਬਣਾ ਕੇ ਰੱਖਣਾ ਹੈ ਕਿ ਫੋਰ ਐਗਜ਼ਾਮਪਲ ਕਿ ਪਰਚੇਜ਼ ਡਿਪਾਰਟਮੈਂਟ ਆ, ਪ੍ਰੋਡਕਸ਼ਨ ਡਿਪਾਰਟਮੈਂਟ ਆ, ਫਾਈਨਾਂਸ ਡਿਪਾਰਟਮੈਂਟ ਆ ਅਤੇ ਮਾਰਕੀਟਿੰਗ ਡਿਪਾਰਟਮੈਂਟ ਆ। ਫਾਈਨਾਂਸ ਡਿਪਾਰਟਮੈਂਟ ਨੂੰ ਇੰਨਾ ਦੱਸਣਾ ਕਿ ਤੁਹਾਡੇ ਕੋਲ ਇੰਨਾ ਪੈਸਾ ਵਾ, ਠੀਕ ਹੈ, ਐਂਡ ਪਰਚੇਜ਼ ਡਿਪਾਰਟਮੈਂਟ ਨੂੰ ਇੰਨਾ ਪੈਸਾ ਕਿੰਨਾ ਦੇਣਾ। ਹਰ ਇੱਕ ਡਿਪਾਰਟਮੈਂਟ ਦੇ ਨਾਲ ਉਹਨੇ ਤਾਲਮੇਲ ਬਣਾ ਕੇ ਰੱਖਣਾ। ਉਹ ਕਿੰਨੀ ਬਣਾ ਕੇ ਰੱਖਣਾ? ਆਫਿਸ ਮੈਨੇਜਰ ਨੇ। ਹੀ ਸਟੱਡੀਜ਼ ਬੈਸਟ ਵੇ ਆਫ ਪਰਫੋਰਮਿੰਗ ਵਰਕ। ਕਹਿੰਦਾ ਕਿ ਉਹਨੇ ਆਫਿਸ ਮੈਨੇਜਰ ਇੱਕ ਉਹੀ ਵਧੀਆ ਮੈਨੇਜਰ ਹੋਏਗਾ ਜਿਹੜਾ ਇਹ ਵੇਖੇਗਾ ਕਿ ਕਿਹੜਾ ਬੈਸਟ ਵੇ ਆ ਜਿਹਦੇ ਨਾਲ ਘੱਟ ਤੋਂ ਘੱਟ ਟਾਈਮ ਦੇ ਵਿੱਚ ਕੰਮ ਆਪਾਂ ਕਰ ਸਕਦੇ ਹਾਂ, ਠੀਕ ਹੈ ਜੀ। ਹੀ prepares written standard instructions and sees that they are followed। ਕਿ ਸਾਰਾ ਰਿਟਨ ਜਿਹੜਾ ਇੰਸਟਰਕਸ਼ਨਸ ਹੈ ਕਿ ਆਹ ਕੰਮ ਆ ਵਰਕਰ ਨੇ ਕਰਨਾ, ਵਰਕਰਸ ਦੇ ਨਾਮ ਲਿਖ ਕੇ ਗਾੜੀ ਉਹਨਾਂ ਕੋਲ ਸਾਈਨ ਕਰਵਾਉਣੇ ਕਿ ਸਾਰਾ ਰਿਟਨ ਵਾਲਾ ਕੰਮ ਰਿਟਨ 'ਚ ਲਿਖ ਕੇ ਦੇਣਾ ਕਿ ਆਹ ਕੰਮ ਆ ਵਰਕਰ ਕਰੂਗਾ, ਉਹਨਾਂ ਕੋਲ ਸਾਈਨ ਕਰਵਾ ਕੇ ਇੰਸਟਰਕਸ਼ਨਸ ਦੇਣੀਆਂ ਤਾਂ ਜੋ ਬਾਅਦ 'ਚੋਂ ਇਹ ਵੇਖ ਸਕੇ ਕਿ ਹਰ ਇੱਕ ਵਰਕਰ ਨੇ ਕੰਮ ਪਰਫੋਰਮ ਕੀਤਾ ਕਿ ਨਹੀਂ ਕੀਤਾ। ਹੀ ਬਿਲਡਸ ਐਫੀਸ਼ੀਐਂਟ ਰੂਟੀਨਸ। ਹਰ ਇੱਕ ਦੀ ਰੂਟੀਨ ਬਣਾ ਦਿੰਦਾ ਹੈ ਕਿ ਵਰਕਰ ਦੀ ਕਿ ਕੰਮ ਕਿੱਦਾਂ ਕਰਨਾ ਅਤੇ ਕਿਹੜੇ ਵੇ 'ਚ ਕਰਨਾ, ਉਹ ਸਾਰਾ ਕਿਹਦੇ ਉੱਤੇ ਡਿਪੈਂਡ ਕਰਦਾ ਹੈ? ਆਫਿਸ ਮੈਨੇਜਰ ਦੇ। ਹੀ ਡਿਜ਼ਾਈਨਸ ਐਂਡ ਰੀਡਿਜ਼ਾਈਨਸ ਫਾਰਮਸ ਟੂ ਅਕੰਪਲਿਸ਼ ਦਾ ਪਰਪਸ ਇਫੈਕਟਿਵਲੀ। ਕਿਸੇ ਵੇਲੇ ਇਹ ਹੁੰਦਾ ਹੈ ਕਿ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਪਲਾਨ ਬਣਾਇਆ ਹੁੰਦਾ ਵਾ ਉਹ ਨਹੀਂ ਬੈਟਰ ਵੇ 'ਚ ਪਰਫੋਰਮ ਹੁੰਦਾ। ਕਹਿੰਦੇ ਉਹਨੇ ਇੱਕ ਵਾਰੀ ਤਾਂ ਡਿਜ਼ਾਈਨ ਕਰ ਲਿਆ, ਬਟ ਜੇ ਉਹ ਨਹੀਂ ਐਫੀਸ਼ੀਐਂਟਲੀ ਪਰਫੋਰਮ ਹੋਇਆ ਉਹ ਪਲਾਨ 'ਤੇ ਦੁਬਾਰਾ ਜਿਹੜਾ ਆਫਿਸ ਮੈਨੇਜਰ ਆ ਉਹਨੂੰ ਡਿਜ਼ਾਈਨ ਕਰ ਸਕਦਾ। ਰੀਡਿਜ਼ਾਈਨ ਦਾ ਮਤਲਬ ਇਹ ਹੈ ਕਿ ਉਹਦੇ ਉੱਤੇ ਫਿਰ ਆਪਾਂ ਉਹਨੂੰ ਕੀ ਕਰ ਸਕਦੇ ਹਾਂ? ਸੋਚ ਵਿਚਾਰ ਕਰ ਸਕਦੇ ਹਾਂ ਕਿ ਜੇ ਇਹ ਪਲਾਨ ਵਧੀਆ ਤਰ੍ਹਾਂ ਪਰਫੋਰਮ ਨਹੀਂ ਹੋਇਆ ਤਾਂ ਅਸੀਂ ਦੁਬਾਰਾ ਪਲਾਨ ਬਣਾ ਸਕਦੇ ਹਾਂ। ਹੀ ਸੈਟਸ ਅਪ ਸਪੈਸੀਫਿਕੇਸ਼ਨ ਫॉर ਈਚ ਪੋਜੀਸ਼ਨ ਆਫ ਕਲੈਰੀਕਲ ਨੇਚਰ ਐਂਡ ਪ੍ਰੋਵਾਈਡ ਸਟੈਂਡਰਡ ਮੈਥਡਸ ਆਫ ਸਿਲੈਕਸ਼ਨ, ਟ੍ਰੇਨਿੰਗ ਐਂਡ ਸੁਪਰਵਾਈਜ਼ਿੰਗ ਕਲੈਰੀਕਲ ਵਰਕਰਸ। ਓਬਵੀਅਸਲੀ ਮੈਨੇਜਰ ਨੇ ਸਾਰਾ ਕੁਝ ਡਿਸਾਈਡ ਕਰਨਾ ਵਾ ਕਿ ਕਿਹੜੇ ਵਰਕਰਸ ਨੂੰ ਰੱਖਣਾ ਵਾ, ਕਦੋਂ ਰੱਖਣਾ ਵਾ, ਐਂਡ ਕਿਹੜੇ ਵਰਕਰ ਦੀ ਕਦੋਂ ਜ਼ਰੂਰਤ, ਉਹ ਕਿਹਦੇ ਉੱਤੇ ਡਿਪੈਂਡ ਕਰਦਾ? ਆਫਿਸ ਮੈਨੇਜਰ ਦੇ। ਸੇਮ ਸਾਰਾ ਕੁਝ ਆ ਰਿਹਾ ਨਾ ਜੋ ਆਪਾਂ ਪਹਿਲੇ ਪੜ੍ਹੇ ਸੀ, ਠੀਕ ਹੈ ਨਾ। ਹੀ ਡਿਟਰਮਾਈਨਸ ਫੇਅਰ ਰੇਟਸ ਆਫ ਪੇ ਫॉर ਈਚ ਕਾਈਂਡ ਆਫ ਆਫਿਸ ਵਰਕ। ਫੇਅਰ ਰੇਟ ਦਾ ਮਤਲਬ ਤੁਹਾਨੂੰ ਵੀ ਸਮਝ ਆ ਰਿਹਾ ਹੈ ਕਿ ਆਫਿਸ ਮੈਨੇਜਰ ਨੇ ਡਿਸਾਈਡ ਕਰਨਾ ਕਿੰਨਾ ਵਰਕਰ ਨੂੰ ਇੱਕ ਦਿਨ ਦੀ ਪੈਸੇ ਦੇਣੇ ਆ ਜਾਂ ਮਹੀਨੇ ਦੇ ਕਿੰਨੇ ਪੈਸੇ ਦੇਣੇ, ਉਹ ਕਿੰਨੇ ਡਿਸਾਈਡ ਕਰਨਾ ਵਾ? ਆਫਿਸ ਮੈਨੇਜਰ ਨੇ। ਹੀ ਐਸਟੈਬਲਿਸ਼ ਸਟੈਂਡਰਡਸ ਆਫ ਪਰਫੋਰਮੈਂਸ। ਸਟੈਂਡਰਡਸ ਆਫ ਪਰਫੋਰਮੈਂਸ ਦਾ ਵੀ ਇਹ ਕਿ ਉਹਨੇ ਇਹ ਵੇਖਣਾ ਵਾ ਕਿ ਕਿੰਨਾ ਕੰਮ ਹੋਣਾ ਚਾਹੀਦਾ ਇੱਕ ਮਹੀਨੇ ਦੇ ਵਿੱਚ ਜਾਂ ਇੱਕ ਦਿਨ ਦੇ ਵਿੱਚ, ਉਹ ਸਾਰਾ ਕੁਝ ਕਿੰਨੇ ਡਿਸਾਈਡ ਕਰਨਾ ਵਾ? ਆਫਿਸ ਮੈਨੇਜਰ ਨੇ। ਹੀ ਸੈਟਸ ਅਪ ਮੈਥਡਸ ਆਫ ਮੇਜਰਿੰਗ ਪਰਫੋਰਮੈਂਸ ਐਂਡ ਪ੍ਰੋਵਾਈਡਸ ਐਨ ਇਨਸੈਂਟਿਵ ਸਿਸਟਮ ਫॉर ਅਕੰਪਲਿਸ਼ਮੈਂਟ। ਕਹਿੰਦੇ ਆ ਕਿ ਉਹਨੇ ਇਹ ਵੀ ਵੇਖਣਾ ਵਾ ਕਿ ਸਾਰਾ ਕੰਮ ਬੈਟਰ ਪਰਫੋਰਮ ਹੋਇਆ ਕਿ ਨਹੀਂ ਹੋਇਆ, ਐਂਡ ਜਿਹੜਾ ਕੰਮ ਨਹੀਂ ਬੈਟਰ ਪਰਫੋਰਮ ਹੋਇਆ ਅਤੇ ਜੇ ਵਧੀਆ ਪਰਫੋਰਮ ਹੋਇਆ ਵਾ ਤਾਂ ਉਹਦੇ ਉੱਤੇ ਕੀ ਇਨਸੈਂਟਿਵ ਦੇਣਾ, ਮਤਲਬ ਕੀ ਬੈਨੀਫਿਟ ਦੇਣਾ ਵਰਕਰਸ ਨੂੰ, ਐਂਡ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਕੀ ਇਨਸੈਂਟਿਵਸ ਦੇਣੇ ਆ, ਠੀਕ ਆ ਜੀ। ਨੈਕਸਟ ਵਨ ਇਜ਼ ਦੈਟ ਇੰਪੋਰਟੈਂਟ ਐਟ ਆਫਿਸ ਡਿਊਟੀਜ਼ ਆਫ ਆਫਿਸ ਮੈਨੇਜਰ। ਕਿ ਮੇਨ ਡਿਊਟੀ ਕੀ ਆ ਉਹਦੀ, ਆਫਿਸ ਮੈਨੇਜਰ ਦੀ ਮੇਨ ਡਿਊਟੀ ਕੀ ਹੈ, ਠੀਕ ਹੈ ਜੀ। ਡਿਊਟੀਜ਼ ਟੂਵਰਡਸ, ਉਹਦੀ ਪਹਿਲੀ ਤਾਂ ਡਿਊਟੀ ਦਾ ਮਤਲਬ ਹੋ ਗਿਆ ਵਨ ਆਫ ਦ ਰਿਸਪੋਂਸੀਬਿਲਿਟੀਜ਼ ਹੈ ਨਾ। ਡਿਊਟੀ ਮਤਲਬ ਉਹਦੀ ਕੀ ਆ ਕਿ ਐਡਮਿਨਿਸਟ੍ਰੇਸ਼ਨ ਦੇ ਤਰਫ ਉਹਦੀ ਡਿਊਟੀ ਹੈ। ਕਿੱਦਾਂ? ਦ ਟਰਮ ਐਡਮਿਨਿਸਟ੍ਰੇਸ਼ਨ ਇਨ ਐਨ ਆਫਿਸ ਆਰਗੇਨਾਈਜੇਸ਼ਨ ਰੈਫਰਸ ਟੂ ਦ ਟॉप ਮੈਨੇਜਮੈਂਟ ਐਂਡ ਆਫਿਸ ਮੈਨੇਜਰ ਐਕਟਸ ਲਾਈਕ ਏ ਸਟਾਫ ਆਫਿਸਰ to that is as an advisor to the top management whenever they have to frame policies of the organization। ਹੀ also ਕਹਿੰਦੇ ਆ ਕਿ ਆਫਿਸ ਮੈਨੇਜਰ ਇੱਕ ਸਟਾਫ ਵਾਂਗੂ ਹੁੰਦਾ, ਸਟਾਫ ਮੈਂਬਰ ਹੈ ਨਾ। ਕਿਉਂ? ਕਿਉਂਕਿ ਉਹਨੂੰ ਓਨਰ ਨੇ ਹਾਇਰ ਕੀਤਾ ਮੈਨੇਜਰ ਨੂੰ। ਕਹਿੰਦੇ ਕਿ ਉਹਨੇ ਹੀ ਸਾਰੀਆਂ ਪੋਲਿਸੀਜ਼ ਫਰੇਮ ਕਰਨੀਆਂ। ਹੀ ਆਲਸੋ ਰਿਸਪੋਂਸੀਬਲ ਫॉर ਕਿਹੜੀ ਚੀਜ਼, ਉਹਦੀ ਡਿਊਟੀ ਕੀ ਆ ਕਿ ਰਿਸਪੋਂਸੀਬਲ ਕਿਹੜੀ? ਰਿਪੋਰਟਿੰਗ ਟੂ ਦ ਟॉप ਮੈਨੇਜਮੈਂਟ। ਉਹਨੇ ਰਿਪੋਰਟ ਕਰਨਾ ਟॉप ਮੈਨੇਜਮੈਂਟ ਨੂੰ, ਉਹਦੀ ਇੱਕ ਡਿਊਟੀ ਆ ਕਿ ਰਿਪੋਰਟ ਕਰਨਾ ਕਿ ਕੰਮ ਸਾਰਾ ਤਰ੍ਹਾਂ ਬੈਟਰ ਪਰਫੋਰਮ ਹੋਇਆ ਕਿ ਨਹੀਂ ਹੋਇਆ। ਦ ਗ੍ਰੀਵੈਂਸਿਸ, ਕੰਪਲੇਂਟਸ ਐਂਡ ਸੁਜੈਸ਼ਨਸ ਆਫ ਦ ਆਫਿਸ ਪੀਪਲ ਆਰ ਕਨਵੇਡ ਟੂ ਦ ਟॉप ਮੈਨੇਜਮੈਂਟ ਥਰੂ ਹਿਮ। ਅਤੇ ਜਿਹੜੀ ਵੀ ਵਰਕਰਸ ਦੀ ਜ਼ਰੂਰਤ ਉਹ ਸਾਰੀ ਉਹਨੇ ਕਿਹਨੂੰ ਦੱਸਣੀ ਆ? ਟॉप ਮੈਨੇਜਮੈਂਟ ਨੂੰ। ਇਹ ਵਨ ਆਫ ਦ ਡਿਊਟੀ ਕਿਹਦੀ ਆ?
ਉਹਦੀ ਆ ਆਫਿਸ ਮੈਨੇਜਰ ਦੀ, ਠੀਕ ਹੈ। ਡਿਊਟੀ ਟੂਵਰਡਸ ਸਬੋਰਡੀਨੇਟਸ ਮਤਲਬ ਉਹਦੇ ਛੋਟੇ, ਉਹਦੀ ਇੱਕ ਇਹ ਵੀ ਰਿਸਪੋਂਸੀਬਿਲਿਟੀ ਬਣਦੀ ਆ ਕਿ ਜਿਹੜੇ ਉਹਦੇ ਵਰਕਰ ਆ ਥੱਲੇ, ਸਬੋਰਡੀਨੇਟਸ ਮਤਲਬ ਉਹਦੇ ਜਿਹੜੇ ਥੱਲੇ ਵਰਕਰਸ ਆ ਉਹਨਾਂ ਪ੍ਰਤੀ ਉਹਦੀ ਕੀ ਡਿਊਟੀ ਬਣਦੀ ਆ, ਆਪਾਂ ਉਹ ਪੜ੍ਹਨ ਲੱਗੇ ਹਾਂ। ਲਾਈਕ ਐਨੀ ਅਦਰ ਸੁਪੀਰੀਅਰ ਦ ਆਫਿਸ ਮੈਨੇਜਰ ਇਜ਼ ਐਕਸਪੈਕਟਡ ਟੂ ਗਾਈਡ ਦ ਸਬੋਰਡੀਨੇਟਸ ਇਨ ਆਰਡਰ ਟੂ ਇਨੇਬਲ ਦੈਮ ਟੂ ਡਿਸਚਾਰਜ ਦੇਅਰ ਡਿਊਟੀਜ਼ ਐਫੀਸ਼ੀਐਂਟਲੀ। ਕਹਿੰਦੇ ਆ ਕਿ ਓਬਵੀਅਸਲੀ ਆਫਿਸ ਮੈਨੇਜਰ ਨੇ ਦੀ ਡਿਊਟੀ ਆ ਕਿ ਉਹਨੇ ਵਰਕਰਸ ਨੂੰ ਦੱਸਣਾ ਵਾ ਕਿ ਕਿਹੜਾ ਕੰਮ ਕਿੱਦਾਂ ਕਰਨਾ ਵਾ ਤਾਂ ਜੋ ਵਰਕਰਸ ਆਪਣਾ ਕੰਮ ਬੈਟਰ ਪਰਫਾਰਮ ਕਰ ਸਕਣ। ਹੀ ਇਜ਼ ਸਪੋਜ਼ ਟੂ ਲਿਸਨ ਦ ਪ੍ਰੋਬਲਮਸ ਆਫ ਹਿਸ ਸਬੋਰਡੀਨੇਟਸ, ਐਂਡ ਉਹਦੀ ਇੱਕ ਦੂਜੀ ਡਿਊਟੀ ਇਹ ਵੀ ਆ ਕਿ ਵਰਕਰਸ ਨੂੰ ਸੁਣਦਾ, ਉਹਨਾਂ ਦੀ ਪ੍ਰੋਬਲਮਸ ਸੁਣਨੀਆਂ, ਐਂਡ ਟੂ ਮੇਕ ਆਲ ਪੋਸੀਬਲ ਐਫਰਟਸ ਟੂ ਗੈਟ ਦੇਅਰ ਪ੍ਰੋਬਲਮਸ ਰਿਜ਼ੋਲਵ, ਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਕਰਨਾ ਸਹੀ ਕਰਨਾ। ਵੈਨ ਦ ਸਬੋਰਡੀਨੇਟਸ ਹੈਪਨ ਟੂ ਬੀ ਅਨਟ੍ਰੇਨਡ ਔਰ ਐਨੀ ਨਿਊ ਟੈਕਨੋਲੋਜੀ ਇਜ਼ ਟੂ ਬੀ ਇੰਸਟਾਲਡ ਇਨ ਦ ਆਫਿਸ ਮੈਨੇਜਰ ਇਜ਼ ਐਕਸਪੈਕਟਡ ਟੂ ਗਾਈਡ ਐਂਡ ਟ੍ਰੇਨ ਦ ਸਬੋਰਡੀਨੇਟਸ ਅਬਾਊਟ ਦ ਸੇਮ। ਐਂਡ ਕਹਿੰਦੇ ਕਿ ਜਿੱਦਾਂ ਨਵੀਂ ਮਸ਼ੀਨ ਆ ਜਾਂਦੀ ਆਫਿਸ ਦੇ ਵਿੱਚ ਜਾਂ ਕੋਈ ਨਵੀਂ ਟੈਕਨੀਕ ਆ ਗਈ ਆ, ਉਹ ਸਾਰਾ ਕਿੰਨੇ ਗਾਈਡ ਕਰਨਾ ਵਰਕਰਸ ਨੂੰ, ਆਫਿਸ ਮੈਨੇਜਰ ਨੇ, ਠੀਕ ਹੈ ਜੀ। ਥਰਡ ਉਹਦੀ ਡਿਊਟੀ ਕੀ ਬਣਦੀ ਹੈ, ਡਿਊਟੀ ਮਤਲਬ ਰਿਸਪੋਂਸੀਬਿਲਿਟੀ ਕੀ ਬਣਦੀ ਆਫਿਸ ਮੈਨੇਜਰ ਦੀ ਟੂਵਰਡਸ ਆਫਿਸ ਆਪਰੇਸ਼ਨਸ ਦੇ। ਹੁਣ ਉਹ ਪੜਾਂਗੇ ਉਹਦੇ ਵਿੱਚ ਕੀ ਆ। It is the duty of the office manager to lay down the routine procedures, methods, schedules etc. ਕਹਿੰਦੇ ਕਿ ਇਹ ਆਫਿਸ ਮੈਨੇਜਰ ਦੀ ਡਿਊਟੀ ਆ ਕਿ ਜੇ ਰੋਜ਼ ਤਰ੍ਹਾਂ ਜਿਹੜਾ ਕੰਮ ਕਰਨਾ, ਰੋਜ਼ ਜਿਹੜਾ ਕੰਮ ਕਰਨਾ ਉਹ ਲੇ ਡਾਊਨ ਕਰਨਾ। ਲੇ ਡਾਊਨ ਦਾ ਮਤਲਬ ਦੱਸਣਾ, ਠੀਕ ਆ ਜੀ। ਰੂਟੀਨ ਪ੍ਰੋਸੀਜਰਸ ਕਿ ਰੋਜ਼ ਕੰਮ ਕਿਹੜਾ ਕਰਨਾ, ਕਿਹੜੇ ਮੈਥਡ ਨਾਲ ਕਰਨਾ, ਉਹਦਾ ਕੀ ਸ਼ਡਿਊਲ ਆ, ਕਿੰਨੇ ਘੰਟੇ 'ਚ ਹੋਊਗਾ। He has to ensure that the activities in the office are carried on according to the above stated plans. He has to conscious as well as creative in laying down the ideal methods of performing office work. This results in decline in the office expenditure to a considerable extent. ਕਹਿੰਦੇ ਕਿ ਜੇ ਰੋਜ਼ ਪਲਾਨਸ ਬਣਾਊਂਗਾ, ਰੋਜ਼ ਮੈਥਡਸ ਨਵੇਂ ਬਣਾਊਂਗਾ, ਰੋਜ਼ ਸ਼ਡਿਊਲ ਨਵਾਂ ਬਣਾਊਂਗਾ ਤਾਂ ਓਬਵੀਅਸਲੀ ਉਹਦੇ ਨਾਲ ਕੀ ਹੋਊਗਾ, ਆਰਗੇਨਾਈਜੇਸ਼ਨ ਜਿਹੜੀ ਆ ਬੈਟਰ ਪਰਫਾਰਮ ਕਰੇਗੀ। ਉਹਦੀ ਲਾਸਟ ਡਿਊਟੀ ਕੀ ਆ, ਟੂਵਰਡਸ ਅਦਰ ਡਿਪਾਰਟਮੈਂਟ ਮੈਨੇਜਰਸ ਤੇ ਪੀਅਰਸ ਦੇ ਨਾਲ। ਪੀਅਰਸ ਹੁੰਦੇ ਉਹਦੇ ਨਾਲ ਦੇ ਜਿਹੜੇ, ਜਿੱਦਾਂ ਤੁਹਾਡਾ ਪੀਅਰ ਕੌਣ ਆ, ਜਿੱਦਾਂ ਤੁਹਾਡੇ ਭੈਣ ਭਰਾ ਵਾ, ਚਾਚੇ ਤਾਇਆਂ ਦੇ ਬੇਟੇ, ਉਹ ਤੁਹਾਡੇ ਕਿ ਜਿਹੜੇ ਤੁਹਾਡੇ ਸੇਮ ਏਜ ਦੇ ਆ, ਠੀਕ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਜਾਂ ਸੇਮ ਪੋਜੀਸ਼ਨ 'ਤੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ, ਪੀਅਰਸ, ਠੀਕ ਹੈ। ਆਫਿਸ ਮੈਨੇਜਰ ਹੈਜ਼ ਟੂ ਇੰਟਰੈਕਟ ਵਿਦ ਅਦਰ ਫੈਲੋ ਡਿਪਾਰਟਮੈਂਟਲ ਮੈਨੇਜਰਸ। ਜਿਹੜਾ ਇਹ ਜਿਹੜਾ ਦੇਖੋ ਪ੍ਰੋਡਕਸ਼ਨ ਮੈਨੇਜਰ ਆ, ਉਹਨੇ ਕਿਹਦੇ ਨਾਲ ਤਾਲਮੇਲ ਬਣਾ ਕੇ ਰੱਖਣਾ, ਫਾਈਨੈਂਸ ਮੈਨੇਜਰ ਦੇ ਨਾਲ, ਪਰਚੇਜ਼ ਮੈਨੇਜਰ ਦੇ ਨਾਲ, ਠੀਕ ਹੈ ਜੀ, ਐਂਡ ਮਾਰਕੀਟਿੰਗ ਮੈਨੇਜਰ ਦੇ ਨਾਲ, ਠੀਕ ਆ। ਟੂ ਫੈਸਿਲਿਟੇਟ ਕੋਆਰਡੀਨੇਸ਼ਨ ਅਮੰਗ ਥੀਸ ਡਿਪਾਰਟਮੈਂਟਸ ਇਟ ਬਿਕਮਸ ਹਿਸ ਡਿਊਟੀ ਟੂ ਪ੍ਰੋਵਾਈਡ all the necessary information to these departments. He sometimes renders advice to these managers in matters concerning their respective departments. And ਕਹਿੰਦੇ ਉਹ ਇਹਦੀ ਡਿਊਟੀ ਬਣਦੀ ਆ ਕਿ ਉਹਨੇ ਹਰ ਇੱਕ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਟ ਬਣਾ ਕੇ ਰੱਖਣਾ ਤਾਂ ਜੋ, ਕਿਉਂਕਿ ਆਰਗੇਨਾਈਜੇਸ਼ਨ ਤੇ ਓਵਰਆਲ ਇੱਕ ਹੀ ਆ ਨਾ, ਠੀਕ ਆ ਨਾ, ਡਿਪਾਰਟਮੈਂਟਸ 'ਚ ਵੰਡੀ ਆਰਗੇਨਾਈਜੇਸ਼ਨ, ਤੇ ਹਰ ਇੱਕ ਦੇ ਨਾਲ ਜਦੋਂ ਤੁਸੀਂ ਓਵਰਆਲ ਬਣਾ ਕੇ ਰੱਖੋਗੇ ਤਾਲਮੇਲ, ਤਾਂ ਓਬਵੀਅਸਲੀ ਤੁਹਾਡੀ ਆਰਗੇਨਾਈਜੇਸ਼ਨ ਬੈਟਰ ਪਰਫਾਰਮ ਕਰੇਗੀ। ਐਂਡ ਕਹਿੰਦੇ ਆ ਕਿ ਉਹਦੀ ਲਾਸਟ ਇੱਕ ਹੋਰ ਡਿਊਟੀ ਉਹਦੀ ਇਹ ਹੈ ਕਿ ਉਹਨੇ ਐਡਵਾਈਸ ਵੀ ਕਰ ਸਕਦਾ ਦੂਜੇ ਡਿਪਾਰਟਮੈਂਟਸ ਦੇ ਮੈਨੇਜਰਸ ਨੂੰ ਕਿ ਆਹ ਕੰਮ ਇੱਦਾਂ ਕਰੀਏ, ਆਪਾਂ ਇੱਦਾਂ ਕਰੀਏ। ਦੈਟਸ ਆਲ ਫॉर ਟੂਡੇ ਬੱਚੇ, ਠੀਕ ਹੈ ਜੀ।